एक ओंकार सतनाम करता पुरख निरभउ निरवैर अकाल मूरत अजोनी सैभं गुर प्रसाद चकर चहन अर बरन जात अर पात नहन जेहे रूप रंग अर रेख पेख को कह न सकत केहे अचल मूरत अनभउ प्रकाश अमितो जह जय कोट इंद्र इंद्राण साहे सहाण गणजय त्रिभुवन महीप सुर नर असुर नेत नेत बन तृण कहत तब सर्ब नाम कथय कवन कर्म नाम बरनत सुमत प्रभ जी तो कह लाज हमारी नीलकंठ नरहर नारायण नील बसन बनवारी परम पुरख परमेश्वर स्वामी पावन पौन आहारी माधव महाजोत मद मर्दन मान मुकंद मुरारी निर्विकार निर्जुर निंद्रा बिन निर्भिख नरक निवारी कृपा सिंध काल त्रैदर्शी को करत परनासनकारी तनुर्पान त्रितमान तरा तर अन बेकार यस तारी हो मत मंद चरण शरणागत कर गह लेहो उभारी हो मत मंद चरण शरणागत कर गह लेहो उभारी हम अवगुण परे एक गुण नाही अमृत छाड़ बिख बिख माया मोह परम पै भूले सुत दारा स्यों प्रीत एक उत्तम पंथ सुन्यो गुर संगत तेह मिलंत जम त्रास एक अरदास पाठ कीरत की गुर रामदास राखो सो कहो टल गुर सेविय अहनस सहज दर्शन परसै गुरु का जन्म मरण दुख जाए सिफत खसंबंधी नूर अरसा गुर सो चटिया तुद डिठे सच्चे पातशाह माल जन्म जन्म दे कटिया सज्जन सच्चा पातशाह सिर साहा दैसा हो
ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੇ ਪਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਗੁਰ ਸਾਗਰ ਰਤਨੇ ਪਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਬੱਗ ਬਪੋੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ। ਰਹਾਉ ਰਖ ਰਖ ਚਰਨ ਤਰੇ ਵਿਚਾਰੇ ਦੁਬਦਾ ਛੋੜ ਪਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੇ ਆਦਰ। ਸੁਨ ਮੰਡਲ ਇਕ ਜੋਗੇ ਬੈਸੇ ਨਾਰਨ ਪੁਰਖ ਕਹੋ ਕੋ ਕੈਸੇ। ਤੇਰ ਪਾਵਨ ਜੋਤ ਰਹੇ ਲਿਵ ਲਾਈ ਸੁਰ ਨਰ ਨਾਥ ਸੱਚੇ ਸਰਨਾਈ। ਆਨੰਦ ਮੂਲ ਅਨਾਥ ਆਧਾਰੇ ਗੁਰਮੁਖ ਭਗਤ ਸਹਿਜ ਬਿਚਾਰੇ। ਭਗਤ ਵਛਲ ਪੈ ਕਾਟਣ ਹਾਰੇ ਹਉ ਮੈਂ ਮਾਰ ਮਿਲੇ ਪਗ ਧਾਰੇ। ਭਗਤ ਵਛਲ ਪੈ ਕਾਟਣ ਹਾਰੇ ਹਉ ਮੈਂ ਮਾਰ ਮਿਲੇ ਪਗ ਧਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਕ ਪਰਵਰਦਗਾਰ ਵਾਲੀਏ ਕੋਲ ਆਲਮ ਨੂਰੇ ਸਰਬਰੇ ਕਾਇਨਾਤ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਨੌਵੇਂ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ
ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ। ਹਾਜ਼ਰੀ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਰਾਗ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਘਰ ਦੂਜੇ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਅਸ਼ਟਪਦੀਆਂ 8 ਪਦਿਆਂ ਵਾਲੇ ਪਾਵਨ ਸ਼ਬਦ ਨੇ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਬ੍ਰਹਮ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਗੁਰ ਸਾਗਰ ਰਤਨੀ ਭਰ ਪੂਰੇ। ਗੁਰੂ ਸਮੁੰਦਰ ਹੈ, ਗੁਰੂ ਸਾਗਰ ਹੈ। ਸਾਗਰ ਦੇ ਵਿੱਚ ਰਤਨ ਭਰੇ ਹੁੰਦੇ ਨੇ, ਤਦੇ ਉਹਨੂੰ ਸਾਗਰ ਕਹਿੰਦੇ ਨੇ। ਉਹ ਰਤਨਾਂ ਨਾਲ ਭਰਿਆ ਹੁੰਦਾ, ਉਹਦੇ 'ਚ ਕੀਮਤੀ ਮੋਤੀ ਨੇ, ਬੜਾ ਖਜ਼ਾਨਾ ਸਾਗਰ ਦੇ ਵਿੱਚ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਸਾਗਰ ਨੇ। ਉਹ ਸਾਗਰ ਦੇ ਵਿੱਚ ਰਤਨ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਵਿੱਚ ਵੀ ਰਤਨ ਨੇ। ਔਰ ਉਹ ਰਤਨ ਨੇ ਸ਼ੁਭ ਗੁਣਾਂ ਦੇ। ਉਹ ਰਤਨ ਹੈ ਵਿਵੇਕ, ਉਹ ਰਤਨ ਹੈ ਵੈਰਾਗ, ਉਹ ਰਤਨ ਹੈ ਸਤ, ਸੰਤੋਖ, ਦਇਆ, ਖਿਮਾ। ਇਹ ਜਿਤਨੇ ਵੀ ਸ਼ੁਭ ਗੁਣ ਨੇ, ਇਹ ਸਾਰੇ ਸ਼ੁਭ ਗੁਣ ਗੁਰੂ ਰੂਪੀ ਸਾਗਰ ਦੇ ਵਿੱਚ ਰਤਨਾਂ ਦੇ ਸਮਾਨ ਭਰੇ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ। ਕਿ ਜਿਵੇਂ ਸਮੁੰਦਰ ਦੇ ਵਿੱਚ ਕੋਈ ਮਰ ਜੀਵੜਾ ਗੋਤੇਖੋਰ ਚੁੱਭੀ ਲਾ ਕੇ ਸਮੁੰਦਰ ਦੇ ਵਿੱਚੋਂ ਕੀਮਤੀ ਰਤਨ ਕੱਢਦਾ ਹੈ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ। ਭਾਈ ਗੁਰਦਾਸ ਜੀ। ਜਿਵੇਂ ਸਮੁੰਦਰ ਦੇ ਵਿੱਚੋਂ ਕੋਈ ਮਰ ਜੀਵੜਾ ਜਾਂਦਾ ਹੈ, ਚੁੱਭੀ ਲਾਉਂਦਾ ਤੇ ਕੀਮਤੀ ਰਤਨ ਕੱਢਦਾ, ਫਿਰ ਉਹ ਅਖੀਰ 'ਚ ਕਹਿੰਦੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਵਿੱਚ ਸਾਰੇ ਪਦਾਰਥ ਨੇ, ਸਾਰੇ ਰਤਨ ਨੇ, ਸਾਰੇ ਜਵਾਹਰਾਤ ਨੇ। ਜਿਹੜਾ ਖੋਜੇਗਾ ਉਹ ਪ੍ਰਾਪਤ ਕਰੇਗਾ, ਜਿਹੜਾ ਖੋਜੇਗਾ ਉਹਨੂੰ ਮਿਲਣਗੇ।
ਗੁਰੂ ਸਾਗਰ ਹੈ ਔਰ ਗੁਰੂ ਸਾਗਰ ਸ਼ੁਭ ਗੁਣਾ ਰੂਪੀ ਰਤਨਾ ਨਾਲ ਭਰਪੂਰ ਹੈ, ਲਬਾ ਲਬ ਭਰਿਆ ਹੋਇਆ ਹੈ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਜਿਹੜੇ ਰੱਬ ਦੇ ਪਿਆਰੇ ਸੰਤ ਨੇ ਉਹ ਆਪਣੇ ਗੁਰੂ ਰੂਪੀ ਸਾਗਰ ਦੇ ਕੋਲੋਂ ਇਹਨਾਂ ਸ਼ੁਭ ਗੁਣਾ ਰੂਪੀ ਕੀਮਤੀ ਰਤਨਾ ਤੇ ਮੋਤੀਆਂ ਨੂੰ ਚੁਗਦੇ ਨੇ ਔਰ ਆਪਣੇ ਗੁਰੂ ਤੋਂ ਦੂਰ ਨਹੀਂ ਜਾਂਦੇ। ਕਿਸੇ ਸਿੱਖ ਨੇ ਘਰ ਲੈਣਾ ਹੋਵੇ ਨਾ, ਆਪਣਾ ਮਕਾਨ ਬਣਾਉਣਾ ਹੋਵੇ, ਜਗ੍ਹਾ ਲੈਣੀ ਹੋਵੇ, ਮਕਾਨ ਲੈਣਾ ਹੋਵੇ, ਉਹ ਨੇੜੇ ਤੇੜੇ ਨਹੀਂ ਵੇਖਦਾ ਵੀ ਬੱਸ ਅੱਡਾ ਹੈ ਕਿ ਨਹੀਂ, ਕੋਈ ਬਾਜ਼ਾਰ ਨੇੜੇ ਹੈ ਕਿ ਨਹੀਂ, ਇਹ ਵੀ ਨਹੀਂ ਵੇਖਦਾ ਵੀ ਰੇਲਵੇ ਸਟੇਸ਼ਨ ਨੇੜੇ ਹੈ ਕਿ ਨਹੀਂ, ਇੱਥੇ ਕੋਈ ਹੋਰ ਸਹੂਲਤਾਂ ਕਿੰਨੀਆਂ ਕੁ ਨੇ। ਗੁਰਸਿੱਖ ਪਹਿਲਾਂ ਇਹ ਵੇਖਦਾ ਵੀ ਮੇਰੇ ਘਰ ਜਿੱਥੇ ਮੈਂ ਲੈਣਾ ਮਹਾਰਾਜ ਜੀ ਦਾ ਘਰ, ਗੁਰੂ ਘਰ ਨੇੜੇ ਹੈ ਕਿ ਨਹੀਂ ਹੈ। ਅਕਸਰ ਬਹੁਤ ਸਾਰੇ ਇਹੋ ਜਿਹੇ ਸਿੱਖਾਂ ਦੇ ਦਰਸ਼ਨ ਹੁੰਦੇ, ਉਹ ਇਹ ਵੇਖਦੇ ਆ ਵੀ ਗੁਰਦੁਆਰੇ ਦੇ ਨੇੜੇ, ਸਤਿਗੁਰਾਂ ਦੇ ਘਰ ਦੇ ਨੇੜੇ ਮਕਾਨ ਲਈਏ, ਸਤਿਗੁਰਾਂ ਦੇ ਦਰਸ਼ਨ ਕਰਨੇ ਸੁਖਾਲੇ ਹੋਣ। ਕਹਿਣ ਤੋਂ ਭਾਵ ਹੈ ਇਹ ਭਾਵਨਾ ਹੈ ਗੁਰਸਿੱਖਾਂ ਦੀ। ਐਸਾ ਤਾਂ ਨਹੀਂ ਵੀ ਸਾਰੇ ਹੀ ਉੱਥੇ ਰਹਿ ਸਕਦੇ ਆ ਨੇੜੇ ਤੇੜੇ। ਉਹਨਾਂ ਨੂੰ ਤਾਂ 7 ਸਮੁੰਦਰ ਵੀ ਦੂਰ ਨਹੀਂ ਲੱਗਦੇ ਫਿਰ, ਜਿਨ੍ਹਾਂ ਅੰਦਰ ਪ੍ਰੇਮ ਹੋਵੇ। ਉਹ ਕਹਿੰਦੇ 7 ਸਮੁੰਦਰ ਪਾਰ ਕਰਕੇ ਵੀ ਆਉਣਾ ਪਵੇ, ਸਾਗਰ ਲੰਘ ਕੇ ਵੀ ਆਉਣਾ ਪਵੇ ਆਪਣੇ ਗੁਰੂ ਦੇ ਦਰਸ਼ਨਾਂ ਨੂੰ, ਤਾਂ ਵੀ ਉਹਨਾਂ ਨੂੰ ਦੂਰ ਨਹੀਂ ਵਿਆਪਦਾ ਜਦੋਂ ਪ੍ਰੇਮ ਦੀ ਖੇਡ ਹੋਵੇ। ਸਪਸ਼ਟ ਲਫ਼ਜ਼ਾਂ ਵਿੱਚ ਇਦਾਂ ਕਹਿ ਲਈਏ ਕਿ ਰੱਬ ਦੇ ਪਿਆਰੇ ਸੰਤ ਜਨ ਆਪਣੇ ਗੁਰੂ ਤੋਂ ਦੂਰ ਨਹੀਂ ਰਹਿ ਸਕਦੇ, ਕਿਉਂਕਿ ਜਿਹੜੀ ਖੁਰਾਕ ਉਹਨਾਂ ਨੂੰ ਚਾਹੀਦੀ ਹੈ ਉਹ ਸ਼ੁਭ ਗੁਣਾਂ ਦੀ ਖੁਰਾਕ, ਉਹ ਚੋਗਾ ਉਹਨਾਂ ਨੂੰ ਮਿਲਦਾ ਹੀ ਗੁਰੂ ਦੇ ਕੋਲੋਂ ਹੈ। ਜਿਵੇਂ ਮਾਨ ਸਰੋਵਰ ਛੱਡ ਕੇ ਹੰਸ ਜਿਉਂਦੇ ਨਹੀਂ ਰਹਿ ਸਕਦੇ, ਕਿਉਂਕਿ ਹੰਸ ਦੀ ਜਿਹੜੀ ਮੋਤੀਆਂ ਦੀ ਖੁਰਾਕ ਹੈ ਉਹਨੂੰ ਮਾਨ ਸਰੋਵਰ ਚੋਂ ਹੀ ਮਿਲਣੀ, ਕਿਤੋਂ ਹੋਰ ਮਿਲਣੀ ਹੀ ਨਹੀਂ। ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਨ ਉਹ ਹਮੇਸ਼ਾ ਆਪਣੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਸ਼ੁਭ ਗੁਣਾ ਰੂਪੀ ਕੀਮਤੀ ਅੰਮ੍ਰਿਤ ਗੁਣਾਂ ਨੂੰ ਚੁਗਦੇ ਨੇ ਔਰ ਆਪਣੇ ਮਾਲਕ ਤੋਂ ਦੂਰ ਨਹੀਂ ਜਾਂਦੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਹਰੀ ਦੇ ਨਾਮ ਰਸ ਦਾ ਚੋਗ ਚੁਗਦੇ ਨੇ ਔਰ ਆਪਣੇ ਪ੍ਰਭੂ ਨੂੰ, ਆਪਣੇ ਮਾਲਕ ਨੂੰ, ਆਪਣੇ ਇਸ਼ਟ ਦੇਵ ਦੇ ਮਨ ਨੂੰ ਭਾਉਂਦੇ ਹਨ। ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ। ਕਹਿੰਦੇ ਗੁਰੂ ਰੂਪੀ ਸਰਵਰ ਵਿੱਚੋਂ ਗੁਰਸਿੱਖ ਰੂਪੀ ਹੰਸਾਂ ਨੂੰ ਆਪਣੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਰੂਪੀ ਮਾਨ ਸਰੋਵਰ ਵਿੱਚੋਂ ਗੁਰਸਿੱਖ ਰੂਪੀ ਹੰਸ ਨੂੰ ਪ੍ਰਾਨ ਪਤ ਪਾਵੈ। ਗੁਰੂ ਦੇ ਕੋਲੋਂ ਹੀ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕਿਆ ਬੱਗ ਬਪੋੜਾ ਛਪੜੀ ਨਾਏ। ਵਿਚਾਰਾ ਬਗਲਾ ਉਹ ਛਪੜੀ 'ਚ ਕੀ ਨਹਾਵੇ, ਉੱਥੇ ਨਹਾ ਕੇ ਕਿਹੜਾ ਉਹਨੇ ਨਿਰਮਲ ਹੋ ਜਾਣਾ। ਇਸੇ ਤਰ੍ਹਾਂ ਜਿਹੜੇ ਦੰਭੀ ਤੇ ਪਖੰਡੀ ਹੁੰਦੇ ਆ, ਕੱਚੇ ਪਿੱਲੇ ਗੁਰੂ, ਉਹ ਜਿਹੜੇ ਕੱਚੇ ਪਿੱਲੇ ਦੰਭੀ ਤੇ ਪਖੰਡੀ ਗੁਰੂ ਹੁੰਦੇ ਆ, ਉਹ ਛਪੜੀਆਂ ਦੇ ਸਮਾਨ ਨੇ ਔਰ ਉਹਨਾਂ ਕੋਲ ਜਾਣ ਵਾਲੇ ਲੋਕ ਹੰਸ ਨਹੀਂ ਹਨ, ਉਹਨਾਂ ਕੋਲ ਜਾਣ ਵਾਲੇ ਲੋਕ ਨੇ ਬਗਲੇ। ਹੁਣ ਉਹ ਬਗਲਾ ਉਹਨਾਂ ਛਪੜੀਆਂ 'ਚ ਨਹਾਵੇਗਾ ਤੇ ਕੀ ਮਿਲੇਗਾ ਉਹਨੂੰ, ਕੀ ਪ੍ਰਾਪਤੀ ਹੋਵੇਗੀ? ਕੱਖ ਵੀ ਨਹੀਂ, ਸਗੋਂ ਚਿੱਕੜ ਲੱਗੇਗਾ। ਹੋਰ ਅਗਲੀ ਪੰਕਤੀ ਕੀ ਦੱਸਦੇ ਨੇ, ਕੀਚੜ ਡੂਬੈ ਮੈਲ ਨਾ ਜਾਏ। ਸਗੋਂ ਹੋਰ ਜ਼ਿਆਦਾ ਚਿੱਕੜ ਵਿੱਚ ਗਲਤ ਹੁੰਦੇ ਆ, ਉਹ ਮੈਲ ਨਹੀਂ ਜਾਂਦੀ। ਜਦੋਂ ਦੰਭੀ ਪਖੰਡੀ ਗੁਰੂਆਂ ਦੇ ਕੋਲ ਬਗਲੇ ਪਖੰਡੀ ਜਾਂਦੇ ਐ, ਉਹਨਾਂ ਕੋਲ ਜਾ ਕੇ ਉਹਨਾਂ ਦੀ ਮੈਲ ਨਹੀਂ ਧੁੱਪਦੀ, ਸਗੋਂ ਹੋਰ ਉਹਨਾਂ ਪਖੰਡੀਆਂ ਦੇ ਸੰਗ ਦੇ ਵਿੱਚੋਂ ਉਹਨਾਂ ਦੇ ਮਨ ਨੂੰ ਹੋਰ ਮੈਲ ਚੜ੍ਹਦੀ ਹੈ।
ਹੋਰ ਜ਼ਿਆਦਾ ਮਲਨ ਹੁੰਦੇ, ਹੋਰ ਵਿਕਾਰਾਂ ਦੇ ਪਾਪ ਕਰਮਾਂ ਦੀ ਮੈਲ ਦੇ ਨਾਲ ਉਹ ਲਿਬੜਦੇ ਨੇ, ਮੈਲੇ ਕੁਚੈਲੇ ਹੁੰਦੇ ਨੇ। ਰਹਾਉ ਰਖ ਰਖ ਚਰਨ ਤਰੇ ਵਿਚਾਰੇ। ਜਿਹੜਾ ਵਿਚਾਰਵਾਨ ਪੁਰਸ਼ ਹੈ ਨਾ, ਜਿਹਨੂੰ ਸਤਿਗੁਰਾਂ ਨੇ ਵਿਚਾਰ ਦੇ ਦਿੱਤੀ ਹੈ, ਜਿਹਨੂੰ ਵਿਵੇਕ ਬੁੱਧੀ ਕਹਿੰਦੇ ਆਪਾਂ, ਜਿਸ ਨੂੰ ਸਾਹਿਬ ਨੇ ਵਿਵੇਕ ਬੁੱਧੀ ਦੇ ਦਿੱਤੀ ਹੈ, ਉਹ ਆਪਣਾ ਹਰ ਪੈਰ ਬੜਾ ਸੋਚ ਤੇ ਸਮਝ ਕੇ ਚੁੱਕਦਾ ਤੇ ਤੁਰਦਾ। ਐਸਾ ਨਹੀਂ ਹੈ ਕਿ ਮੂੰਹ ਤਾਣਾ ਹੋ ਕੇ ਪੈਰਾਂ ਦੇ ਨਾਲ ਤੁਰਿਆ ਫਿਰੇ ਤੇ ਪੈਰਾਂ ਥੱਲੇ ਰੋਂਦਦਾ ਫਿਰੇ ਅਨੇਕਾਂ ਨੂੰ। ਬੜੀ ਵਿਚਾਰ ਨਾਲ ਇੱਕ ਇੱਕ ਕਦਮ, ਆਪਣਾ ਮਨ ਰੂਪੀ ਜਿਹੜੇ ਪੈਰ ਨੇ, ਇੱਥੇ ਮਨ ਨੂੰ ਪੈਰ ਕਹਾਂਗੇ, ਆਪਣੇ ਮਨ ਰੂਪੀ ਪੈਰ ਨੂੰ ਉਹ ਬੜੀ ਵਿਚਾਰ ਨਾਲ ਚੁੱਕ ਕੇ ਪੁੱਟ ਕੇ ਧਰਦਾ, ਵਿਚਾਰ ਨਾਲ। ਐਸਾ ਨਹੀਂ ਕਿ ਜੋ ਫੁਰਨਾ ਆਵੇ ਉਹਦੇ ਵਹਿਣ 'ਚ ਬਹਿ ਟੁਰੇ, ਜਿਹੜਾ ਸੰਕਲਪ ਆਵੇ ਉਸੇ ਵਿੱਚ ਹੀ ਬਹਿ ਟੁਰੇ। ਆਪਣੇ ਮਨ ਰੂਪੀ ਪੈਰ ਨੂੰ, ਚਰਨ ਨੂੰ ਬੜੀ ਵਿਚਾਰ ਦੇ ਨਾਲ ਵਿਵੇਕੀ ਪੁਰਸ਼ ਰੱਖਦਾ, ਤੁਰਦਾ ਹੈ। ਦੁਬਿਧਾ ਛੋੜ ਭਏ ਨਿਰੰਕਾਰੀ। ਰੱਬ ਦੇ ਪਿਆਰੇ ਦੁਬਿਧਾ ਨੂੰ ਛੱਡ ਕੇ ਨਿਰੰਕਾਰ ਦਾ ਰੂਪ ਹੋ ਗਏ ਨੇ, ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੋ ਗਏ ਨੇ। ਕਿਉਂਕਿ ਦੁਬਿਧਾ ਹੀ ਨਿਰੰਕਾਰ ਨਹੀਂ ਨਾ ਹੋਣ ਦਿੰਦੀ। ਜਦੋਂ ਦੁਬਿਧਾ ਚਲੀ ਜਾਏ ਫਿਰ ਤਾਂ ਨਿਰੰਕਾਰ ਦਾ ਰੂਪ ਹੋ ਗਿਆ। ਇਹ ਦੁਬਿਧਾ ਹੀ ਹੈ ਜਿਹੜੀ ਪਰਮਾਤਮਾ ਔਰ ਜੀਵ ਦੇ ਵਿਚਕਾਰ ਇੱਕ ਬੜਾ ਵੱਡਾ ਪਰਦਾ ਹੈ। ਇਹ ਪਰਦਾ ਹੈ ਜਿਹੜਾ ਪਰਦਾ ਉਸ ਪਰਮਾਤਮਾ ਦੇ ਦੀਦਾਰ ਨਹੀਂ ਕਰਨ ਦਿੰਦਾ। ਜਦੋਂ ਇਹ ਦੁਬਿਧਾ ਦੇ ਪਰਦੇ ਨੂੰ ਪਾਸੇ ਕਰ ਦਿੱਤਾ ਤੇ ਫਿਰ ਕਹਿੰਦੇ ਨਿਰੰਕਾਰ ਦਾ ਰੂਪ ਹੋ ਗਿਆ। ਮੁਕਤ ਪਦਾਰਥ ਹਰ ਰਸ ਚਾਖੇ। ਮੁਕਤੀ ਰੂਪੀ ਪਦਾਰਥ, ਮੁਕਤ ਪਦਾਰਥ, ਮੁਕਤੀ ਰੂਪੀ ਪਦਾਰਥ ਹਰ ਰਸ ਚਾਖੇ। ਹਰੀ ਦੇ ਨਾਮ ਰਸ ਨੂੰ ਗੁਰਮੁਖ ਜਨ ਚਖਦੇ ਨੇ। ਮੁਕਤ ਰੂਪੀ ਪਦਾਰਥ ਹਰੀ ਦੇ ਨਾਮ ਰਸ ਵਿੱਚੋਂ ਚਖਦੇ ਆ ਕਿ ਮੁਕਤੀ ਕੀ ਹੈ, ਉਹਦਾ ਸਵਾਦ ਕੀ ਹੈ। ਉਹਦਾ ਗਿਆਨ ਹਰੀ ਦੇ ਨਾਮ ਰਸ ਚੋਂ ਹੁੰਦਾ। ਵਾਹਿਗੁਰੂ ਭਜਨ ਕੀਤੇ ਆ, ਮੁਕਤੀ ਦਾ ਅਨੁਭਵ ਜੇ ਕਿਤੇ ਕਰਨਾ ਹੋਵੇ, ਜਾਣਨਾ ਹੋਵੇ ਮੁਕਤੀ ਕੀ ਹੈ, ਤਾਂ ਪਰਮੇਸ਼ਰ ਦਾ ਭਜਨ ਕਰਨ ਲੱਗਿਆ ਉਹਦਾ ਅਨੁਭਵ ਹੋਣ ਲੱਗ ਪੈਂਦਾ ਵੀ ਇਹ ਮੁਕਤੀ ਹੈ। ਇਹਨੂੰ ਮੁਕਤੀ ਕਹਿੰਦੇ ਆ। ਸदैवी ਕਾਲ ਲਈ ਮੁਕਤੀ ਦੀ ਅਵਸਥਾ ਬਣੀ ਰਹੇ, ਉਹਦੇ ਲਈ ਤਾਂ ਪੱਕੀ ਸਾਧਨਾ ਚਾਹੀਦੀ। ਮੁਕਤੀ ਦਾ ਅਨੁਭਵ ਇਸ ਵੇਲੇ ਆਪ ਜੀ ਗੁਰੂ ਕੀ ਸੰਗਤ ਵਿੱਚ ਬੈਠੇ ਹੁਣ ਵੀ ਕਰ ਰਹੇ ਹੋ। ਕਥਾ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ। ਜਿਤਨੇ ਸੰਸਾਰ ਦੇ ਕੰਮ ਧੰਦੇ ਨੇ, ਕਾਰ ਵਿਹਾਰ ਨੇ, ਸਾਰਿਆਂ ਤੋਂ ਮੁਕਤ ਹੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਗੁਰਬਾਣੀ ਦਾ ਰਸ ਮਾਣ ਰਹੇ ਹੋ। ਇਹ ਮੁਕਤੀ ਦਾ ਸਾਖਸ਼ਾਤਕਾਰ ਅਨੁਭਵ ਹੈ, ਪ੍ਰਤੱਖ ਅਨੁਭਵ। ਤੋ ਨਾਮ ਦੇ ਰਸ ਵਿੱਚੋਂ ਪਰਮੇਸ਼ਰ ਦੇ ਪਿਆਰੇ ਮੁਕਤੀ ਰੂਪੀ ਪਦਾਰਥ ਨੂੰ ਚਖਦੇ ਹਨ। ਆਵਣ ਜਾਣ ਰਹੇ ਗੁਰ ਰਾਖੇ। ਜਿਹੜੇ ਰੱਬ ਦੇ ਪਿਆਰੇ ਨੇ ਉਹ ਆਵਾ ਗੌਣ ਤੋਂ ਰਹਿਤ ਹੋ ਜਾਂਦੇ ਨੇ। ਗੁਰੂ ਨੇ ਆਪ ਕਿਰਪਾ ਕੀਤੀ ਉਹਨਾਂ ਤੇ, ਆਪ ਤਰਸ ਕੀਤਾ ਔਰ ਉਹਨਾਂ ਨੂੰ ਰੱਖ ਲਿਆ। ਆਵਾ ਗੌਣ ਤੋਂ ਰਹਿਤ ਕਰਕੇ ਰੱਖ ਲਿਆ। ਸਰਵਰ ਹੰਸਾ ਛੋੜ ਨਾ ਜਾਏ। ਗੁਰਸਿੱਖ ਰੂਪੀ ਹੰਸ, ਗੁਰੂ ਰੂਪੀ ਮਾਨ ਸਰੋਵਰ ਨੂੰ ਜਾਂ ਸਾਧ ਸੰਗਤ ਰੂਪੀ ਇਸ ਸਰੋਵਰ ਨੂੰ ਗੁਰਸਿੱਖ ਛੱਡ ਕੇ ਨਹੀਂ ਜਾ ਸਕਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਰਸ ਦੇ ਵਿੱਚ ਸਹਿਜੇ ਹੀ, ਸੁਤੇ ਸਿੱਧ ਹੀ ਰੱਬ ਦੇ ਪਿਆਰੇ ਸਮਾ ਜਾਂਦੇ ਹਨ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਮਾਨ ਸਰੋਵਰ ਦੇ ਵਿੱਚ ਹੰਸ ਰਹਿੰਦੇ ਨੇ ਤੇ ਹੰਸ ਵਿੱਚ ਮਾਨ ਸਰੋਵਰ ਰਹਿੰਦਾ। ਇਹਦਾ ਕੀ ਮਤਲਬ ਹੋਇਆ?
ਇਹਦਾ ਮਤਲਬ ਹੈ ਕਿ ਗੁਰੂ ਵਿੱਚ ਸਿੱਖ ਰਹਿੰਦਾ ਹੈ ਤੇ ਸਿੱਖ ਵਿੱਚ ਗੁਰੂ ਵਸਦਾ ਹੈ। ਆਪੇ ਗੁਰ ਚੇਲਾ ਨਾ, ਸਰਵਰ ਮੈਂ ਹੰਸ, ਗੁਰੂ ਵਿੱਚ ਹੰਸ ਸਿੱਖ ਹੈ। ਹੰਸ ਮੈਂ ਸਾਗਰ, ਔਰ ਸਿੱਖ ਰੂਪੀ ਹੰਸ ਵਿੱਚ ਗੁਰੂ ਰੂਪੀ ਸਾਗਰ ਹੈ। ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਤਨਾ ਤਿਆਗੀ ਤੇ ਵਿਰਕਤਾਂ ਵਾਲਾ ਜੀਵਨ, ਅੱਠੀ ਪੈਰ ਹੀ ਛਕਦੇ ਸੀ ਤੇ ਛਕਣਾ ਵੀ ਓਗਰਾ, ਉਹ ਵੀ ਅਲੂਣਾ, ਲੂਣ ਨਹੀਂ ਸੀ ਪਾਉਂਦੇ, ਉਹਦਾ ਵੀ ਸਵਾਦ ਆਏਗਾ, ਅਲੂਣਾ ਫਿੱਕਾ ਓਗਰਾ, ਦਲੀਆ ਜਿਹਾ ਟੈਪ ਹੋਣਾ ਜਾਂ ਖਿਚੜੀ ਜਿਹੀ ਟੈਪ ਹੋਣਾ, ਤੇ 8 ਪਹਿਰਾਂ ਬਾਅਦ 24 ਘੰਟਿਆਂ 'ਚ ਇੱਕ ਵਾਰ ਛਕਣਾ ਸੁਬਾ। ਲੰਗਰ ਬੜੇ ਸੁੰਦਰ ਵਰਤਦੇ, ਲੰਗਰਾਂ ਦੀ ਵਿਵਸਥਾ ਬੜੀ ਸੁੰਦਰ। ਬੜੇ ਸੋਹਣੇ ਪਕਵਾਨ, ਖੀਰ ਉਹ ਲੰਗਰ ਵਿੱਚ ਵਰਤਦੀ। ਇੱਕ ਦਿਨ ਸਿੱਖ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ, ਸਾਹਿਬ ਸਾਨੂੰ ਬੜੀ ਸ਼ਰਮ ਆਉਂਦੀ, ਕਿਉਂਕਿ ਪੰਗਤ ਵਿੱਚ ਮਹਾਰਾਜ ਜੀ ਬੈਠ ਕੇ ਛਕਦੇ ਸੀ, ਕਿ ਅਸੀਂ ਜਦੋਂ ਤੁਹਾਡੇ ਨਾਲ ਬੈਠੇ ਭੋਜਨ ਛਕਦੇ ਹਾਂ ਤੁਸੀਂ ਅਲੂਣਾ ਓਗਰਾ ਛਕਦੇ ਹੋ, ਅਸੀਂ ਸਾਰੇ ਭਾਂਤ ਭਾਂਤ ਦੇ ਕੋਲ ਬੈਠੇ ਪਕਵਾਨ ਛਕ ਰਹੇ ਹੁੰਦੇ ਆ, ਖੀਰਾਂ ਖਾ ਰਹੇ ਹੁੰਦੇ ਆ, ਪੂੜੇ ਖਾ ਰਹੇ ਹੁੰਦੇ ਆ। ਮਹਾਰਾਜ ਜਾਂ ਤਾਂ ਫਿਰ ਅਸੀਂ ਵੀ ਸਾਰੇ ਹੀ ਓਗਰਾ ਛਕੀਏ, ਜਾਂ ਫਿਰ ਤੁਸੀਂ ਵੀ ਇਹ ਪਕਵਾਨ ਛਕੋ ਜੋ ਸਾਡੇ ਵਾਸਤੇ ਬਣਦੇ ਨੇ, ਤੁਸੀਂ ਵੀ ਮਹਾਰਾਜ ਜੀ ਛਕੋ। ਸਤਿਗੁਰੂ ਜੀ ਨੇ ਆਖਿਆ, ਗੁਰਸਿੱਖੋ ਤੁਹਾਡੇ ਵਿੱਚ ਵੀ ਮੈਂ ਵਰਤਦਾ, ਤੁਸੀਂ ਵਾਹਿਗੁਰੂ ਕਹਿ ਕੇ ਜੋ ਆਪਣੇ ਮੁਖ ਵਿੱਚ ਪਾਉਂਦੇ ਹੋ ਉਹ ਮੇਰੇ ਤਾਈਂ ਪਹੁੰਚਦਾ ਹੈ। ਇਹ ਕਹਿ ਕੇ ਸਤਿਗੁਰੂ ਚੁੱਪ ਕਰ ਗਏ। ਪ੍ਰਸ਼ਾਦ ਓਗਰਾ ਸਾਹਿਬ ਛਕ ਰਹੇ ਸੀ। ਸਿੱਖ ਸੁਣ ਕੇ ਥੋੜੇ ਜਿਹੇ ਹੈਰਾਨ ਵੀ ਹੋਏ, ਅਸੀਂ ਖਾਈਏ ਤੇ ਸਤਿਗੁਰਾਂ ਕੋਲ ਕਿਵੇਂ ਪਹੁੰਚਦਾ। ਭਰਮ ਨਿਵਾਰਨ ਲਈ ਗੁਰਦੇਵ ਨੇ ਕਲਾ ਵਰਤਾਈ। ਓਗਰਾ ਛਕਣ ਤੋਂ ਬਾਅਦ ਜਦੋਂ ਚੂੜਾ ਕੀਤਾ ਤੇ ਚੂੜੇ ਦੇ ਵਿੱਚ, ਜਦੋਂ ਥਾਲ ਦੇ ਵਿੱਚ ਚੂੜਾ ਕੀਤਾ, ਜੋ ਜੋ ਸੰਗਤ ਨੇ ਛਕਿਆ ਸੀ, ਖੀਰ ਪੂੜੀਆਂ, ਦੰਦਾਂ ਦੇ ਵਿੱਚ ਜਿਵੇਂ ਕੁਝ ਉਹਦੇ ਆਵੇਸ਼ ਹੁੰਦੇ ਆ ਨਾ, ਉਹ ਚੂੜੇ ਰਾਹੀਂ ਮਹਾਰਾਜ ਜੀ ਨੇ ਜਲ ਦੇ ਵਿੱਚ ਪ੍ਰਗਟ ਕਰਕੇ ਵਿਖਾ ਦਿੱਤੇ। ਜੋ ਜੋ ਸੰਗਤ ਨੇ ਛਕਿਆ ਉਹ ਸਤਿਗੁਰਾਂ ਦੇ ਮੁਖ ਦੇ ਵਿੱਚੋਂ ਚੂੜੇ ਰਾਹੀਂ ਬਾਹਰ ਆ ਰਿਹਾ। ਸਭ ਦਾ ਸੰਸਾਰ ਨਿਰਵਿਰਤ ਹੋ ਗਿਆ। ਗੁਰਸਿੱਖ ਵਾਹਿਗੁਰੂ ਕਹਿ ਕੇ ਜੋ ਆਪਣੇ ਮੁਖ ਵਿੱਚ ਪਾਉਂਦਾ ਉਹ ਗੁਰੂ ਤੱਕ ਪਹੁੰਚਦਾ। ਕਿਉਂ? ਸਿੱਖ ਵਿੱਚ ਗੁਰੂ ਹੈ, ਗੁਰੂ ਵਿੱਚ ਸਿੱਖ ਹੈ। ਗੁਰੂ ਵਿੱਚ ਸਿੱਖ ਹੈ ਔਰ ਸਿੱਖ ਵਿੱਚ ਗੁਰੂ ਹੈ। ਇੱਥੇ ਇਹੀ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਰਵਰ ਮਹਿ ਹੰਸ, ਹੰਸ ਮੈਂ ਸਾਗਰ। ਹਾਂਜੀ, ਅਕਥ ਕਥਾ ਗੁਰ ਬਚਨ ਏ ਆਦਰ। ਪਰਮੇਸ਼ਰ ਦੀ ਕਥਾ ਅਕਥ, ਉਹਦੀ ਕਥਾ ਅਕਥ ਹੈ, ਕਥਨ ਵਿੱਚ ਨਹੀਂ ਆਉਂਦੀ। ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਨੇ, ਇਹਨਾਂ ਬਚਨਾਂ ਦੁਆਰਾ, ਇਹਨਾਂ ਬਚਨਾਂ ਦੀ ਜਿਹੜਾ ਕਮਾਈ ਕਰਦਾ, ਇਹਨਾਂ ਬਚਨਾਂ ਨੂੰ ਜਿਹੜਾ ਪਾਲਦਾ, ਸਾਹਿਬ ਕਹਿੰਦੇ ਭਾਈ ਉਹਦਾ ਆਦਰ ਹੁੰਦਾ ਹੈ। ਦੋਹਾਂ ਜਹਾਨਾਂ ਵਿੱਚ, ਲੋਕ ਪਰਲੋਕ ਵਿੱਚ ਉਸ ਦਾ ਮੁਖ ਉਜਵਲ ਹੁੰਦਾ ਹੈ। ਸੁਣ ਮੰਡਲ ਇਕ ਜੋਗੀ ਬੈਸੇ। ਸੁਨ ਮੰਡਲ, ਸੁਨ ਸੀ ਇੱਕ ਮਜ਼ਹਬ ਦਾ ਮਤ,
शून्य है, हुण भी है। वो कहते शून्य वो अवस्था है जिथे जाके कोई भी अनुभव नहीं, शून्य जिवें जीरो हुंदी, खाली। उस तो अगे वो नहीं जाते, शून्य तक लैके बस, उस तो अगे नहीं जाते। गुरमत ये कहती है कि उस शून्य नूं अनुभव करन वाला, उसका जिहड़ा साक्षी है वो तेरा रूप है। जिहड़ा शून्य नूं अनुभव करदा, उसनूं वेखदा, उसका साक्षी हो के दृष्टा बन के वेखण वाला वो तू है। शून्य का मतलब गुरबाणी विच जदों सुन शब्द आउंदा, इहदा मतलब हुंदा अफुर। एक ऐसी अवस्था जिथे कोई फुरना नहीं रह जाता। जिवें जिवें कोई उचाई वल जांदा है, माउंट एवरेस्ट चोटी ते चढ़न वाला सब तो पहला व्यक्ति जदों चढ़िया, बड़ा लाम लश्कर लैके चढ़िया, अपने नाल मोढियां ते बैग, पिट्ठू, तंबू, बड़ा कुछ। थोड़ा थोड़ा उत्ते नूं जांदा वजन लगन लगा, हौले हौले समान घटाउंदा 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 जदों सिखर ते पहुंचिया, केवल तेड़ जेड़े पाए कपड़े सन वो रह गए सी। साधना संपन्न मनुख जिवें जिवें उपर नूं उठदा है, ਉਹਦੇ जिन्ने फुरनियां दा भार है उतरना शुरू हो जाता है। जदों सिखर ते पहुंचदा, उत्थे जाके फिर कोई फुरना नहीं रह जाता। ਉਹਨੂੰ ਕਹਿੰਦੇ ਨੇ सुन, अंतर सुन्नंग बाहर सुन्नंग त्रे भवन सुन्न मसुन्नंग। चौथे सुन्ना जो नर जाना ताको पाप न पुन्नंग। ਉਹ सुन्न अवस्था विच जिथे कोई फुरना नहीं, जिथे जाके कोई संकल्प विकल्प। बाबा बुढ़ा साहब जी नूं पुछया 6वें पातशाह, महाराज 6 गुरुआं दी सेवा कीती है, दसो कोई फुरना, कोई इच्छा? कहंदे कोई इच्छा है ही नहीं। जितने भी आत्मदर्शी ब्रह्म ज्ञानी गुरसिख होए ने, जदों उन्हां नूं पुछया दसो तुहाडे मन दी कोई ख्वाहिश, कहंदे कोई ख्वाहिश है ही नहीं, कोई फुरना है ही नहीं। एक ऐसी अवस्था जिथे जाके सारे फुरने मिट जाते, जिथे जाके सारे संकल्प मन की है, मन संकल्पो विकल्प हो समूहा मन। संकल्प ते विकल्पां दे समूह नूं ही मन कहंदे आ। जिथे जाके कोई संकल्प विकल्प रहे ही ना, उत्थे मन भी नहीं रहिंदा, उत्थे मन भी शांत हो जाता है। उस सुन मंडल विच महाराज जी कहते सुन मंडल, उस फुर मंडल जिथे कोई फुरना नहीं। एक जोगी बैसे, एक जोगी जी बैठे आ उत्थे जुड़े हुए परमात्मा नाल, जिथे होर कोई फुरना है ही नहीं, संकल्प विकल्प है ही नहीं। एक ऐसे जोगी उस अवस्था विच जिसनों आत्म जोगी कह सकते हैं, वो बैठे ने उत्थे। हाँ जी। नार ना पुरख कहो को कैसे। वो ना नार है ना पुरख है, आखो सतनाम सिर वाहिगुरु। क्योंकि जदों चिन्ह वेखदे आ शरीरां दे, फिर कहने ना भी इस्त्री है, पुरख है, ये नपुंसक है, ये हीजड़ा है। शरीरां दे अंग वेख के, शरीरां दी बनतर वेख के कहा जाता ना, उत्थे तां ये शरीर है ही नहीं। ते जिथे शरीर है ही नहीं, वो जोगी है। उन्हों ना नार कह सकते हैं, ना पुरख कह सकते हैं, ना पंखड़ू कह सकते हैं। 3 कैटागिरियां च वंड लो। नर नार नपुंसक जाहे किए, कलगीधर जी दे बचन। नार न पुरख न पंखणु, उथे वो केवल आत्म स्वरूप है। क्योंकि निरावैव है ना आत्मा,
ਉਹਦਾ ਕੋਈ ਅੰਗ ਨਹੀਂ। ਨਿਰਾਵੈਬ ਹੋਣ ਕਰਕੇ ਉਹਨੂੰ ਕਿਵੇਂ ਕਹਾਂਗੇ ਇਹ ਇਸਤਰੀ ਹੈ, ਇਹ ਪੁਰਖ ਹੈ? ਤਦੇ ਤੇ ਸਤਿਗੁਰੂ ਜੀ ਨੇ ਆਖਿਆ, ਭਾਈ ਤੁਸੀਂ ਕਹਿੰਦੇ ਹੋ ਇਸਤਰੀ ਜਾਤੀ ਬੰਦਗੀ ਨਹੀਂ ਕਰ ਸਕਦੀ, ਇਸਤਰੀ ਜਾਤੀ ਰੱਬ ਦਾ ਭਜਨ ਨਹੀਂ ਕਰ ਸਕਦੀ, ਇਸਤਰੀ ਦੀ ਮੁਕਤ ਕਿਉਂ ਨਹੀਂ ਹੋ ਸਕਦੀ? ਵੀ ਇਸਤਰੀ ਦੀ ਮੁਕਤੀ, ਕਿਉਂਕਿ ਉੱਥੇ ਤਾਂ ਇਸਤਰੀ ਪੁਰਖ ਦਾ ਭਾਵ ਹੀ ਨਹੀਂ ਰਹਿ ਜਾਂਦਾ। ਉੱਥੇ ਇਸਤਰੀ ਪੁਰਖ ਦਾ ਭਾਵ ਹੀ ਨਹੀਂ ਹੈ, ਉੱਥੇ ਤਾਂ ਕੇਵਲ ਆਤਮਾ ਨਿਰਾਵੈਬ। ਐਸੀ ਨਿਰਾਵੈਬ ਆਤਮਾ ਜਿੱਥੇ ਉਹ ਜਾ ਕੇ ਟਿਕ ਗਿਆ, ਇਹ ਸਰੀਰ ਦੀ ਵਿਸਿਮਰਤੀ ਹੋ ਗਈ। ਕਹਿੰਦੇ ਉਹਨੂੰ ਤੁਸੀਂ ਨਾ ਨਾਰ ਕਹਿ ਸਕਦੇ ਹੋ, ਨਾ ਪੁਰਖ ਕਹਿ ਸਕਦੇ ਹੋ। ਕਹੋ ਕਉ ਕੈਸੇ, ਕਿਵੇਂ ਕਹੋਗੇ? ਕੋਈ ਕਿਵੇਂ ਕਹੇਗਾ ਕਿ ਉਹ ਨਾਰ ਹੈ ਕਿ ਪੁਰਖ ਹੈ? ਕਿਉਂਕਿ ਜਿਹੜਾ ਉੱਥੇ ਪਹੁੰਚ ਗਿਆ ਉਹ ਫਿਰ ਕਹਿਣ ਜੋਗਾ ਰਹਿੰਦਾ ਹੀ ਨਹੀਂ। ਗੂੰਗੇ ਗੁੜ ਖਾਏ ਵਾਲੀ ਗੱਲ ਹੈ। ਗੂੰਗਾ ਮਠਿਆਈ ਖਾ ਕੇ ਜਿਵੇਂ ਨਹੀਂ ਦੱਸ ਸਕਦਾ, ਕਹਿੰਦੇ ਐਸੀ ਅਵਸਥਾ ਚੋਂ ਚਲੇ ਗਏ। ਫਿਰ ਭਾਵਨ ਜੋਤ ਰਹੇ ਲਿਵ ਲਾਈ। ਤਿੰਨਾਂ ਭਵਨਾਂ ਵਿੱਚ ਵਾਹਿਗੁਰੂ ਦੀ ਜੋਤ ਹੈ। ਉਸ ਜੋਤ ਦੇ ਨਾਲ ਜਿਹੜੇ ਗੁਰਮੁਖ ਨੇ ਆਪਣੀ ਲਿਵ ਲਾ ਕੇ ਰੱਖਦੇ ਨੇ। ਤਿੰਨਾਂ ਭਵਨਾਂ ਵਿੱਚ ਵਸਦੀ ਹੋਈ ਜੋਤ ਨਾਲ ਗੁਰਮੁਖ ਆਪਣੀ ਲਿਵ ਤੇ ਸੁਰਤ ਜੋੜ ਕੇ ਰੱਖਦੇ ਹਨ। ਸੁਰ ਨਰ ਨਾਥ ਸੱਚੇ ਸਰਨਾਈ। ਜਿਤਨੇ ਦੇਵਤੇ ਨਰ ਉਹਨਾਂ ਦੇ ਨਾਥ, हे ਸੱਚੇ, ਇਹ ਸਭ ਤੇਰੀ ਸ਼ਰਨ ਚ ਨੇ। ਇਹ ਸਾਰੀ ਪ੍ਰਕਿਰਤੀ, ਇਹ ਸਾਰੀ ਦੁਨੀਆ, ਇਹ ਸਾਰੇ ਜੀਵ ਜੰਤ, हे ਸੱਚਿਆ, ਸਭ ਤੇਰੀ ਸ਼ਰਨ ਚ ਨੇ। ਇਹ ਸਭ ਤੇਰੀ ਪਨਾਹ ਵਿੱਚ ਨੇ। ਤਾਂ ਹੀ ਤੁਹਾਨੂੰ ਕਹਿੰਦੇ ਨੇ ਆਲਮ ਪਨਾਹ। ਸਾਰਾ ਆਲਮ ਜਿਸ ਦੀ ਪਨਾਹ ਵਿੱਚ ਹੈ, ਜਿਸ ਦੀ ਸ਼ਰਨ ਵਿੱਚ ਹੈ। ਇਹ ਸ਼ਬਦ ਕਿਸੇ ਸਮੇਂ ਰਾਜਿਆਂ ਬਾਦਸ਼ਾਹਾਂ ਲਈ ਵਰਤਿਆ ਜਾਂਦਾ ਸੀ, ਪਰ ਉਹਨਾਂ ਨੂੰ ਆਲਮ ਪਨਾਹ ਕਿਵੇਂ ਕਹੋਗੇ? ਉਹ ਤਾਂ ਇੱਕ ਛੋਟੇ ਜਿਹੇ ਖਿੱਤੇ ਨੂੰ ਆਪਣੀ ਪਨਾਹ 'ਚ ਨਹੀਂ ਰੱਖ ਸਕੇ। ਆਲਮ ਪਨਾਹ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸਾਰੀ ਦੁਨੀਆ ਹੈ ਪ੍ਰਭੂ, ਹੈ ਸੱਚਿਆ, ਤੇਰੀ ਸ਼ਰਨ ਵਿੱਚ ਹੈ। ਆਨੰਦ ਮੂਲ ਅਨਾਥ ਆਧਾਰੀ। ਵਾਹਿਗੁਰੂ ਤੂੰ ਆਨੰਦ ਦਾ ਮੂਲ ਹੈ। ਸਾਰੇ ਆਨੰਦ ਤੇਰੇ ਤੋਂ ਪੈਦਾ ਹੁੰਦੇ। ਆਨੰਦ ਮੂਲ ਹੈ ਨਾ, ਆਨੰਦ ਦਾ ਮੂਲ। ਮੂਲ ਕਹਿੰਦੇ ਨੇ ਜੜ ਨੂੰ, ਜਿੱਥੋਂ ਸਾਰੇ ਆਨੰਦ ਉਤਪੰਨ ਹੁੰਦੇ। ਵਾਹਿਗੁਰੂ ਤੂੰ ਆਨੰਦ ਦਾ ਮੂਲ ਹੈ, ਅਨਾਥਾਂ ਦਾ ਆਧਾਰ ਹੈ। ਅਨਾਥ ਆਧਾਰੀ, ਅਨਾਥਾਂ ਦਾ ਆਧਾਰ ਆਸਰਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ। ਜਿਹੜੇ ਗੁਰਮੁਖ ਨੇ ਉਹ ਭਗਤੀ ਕਰਕੇ ਸਹਿਜ ਦੁਆਰਾ ਆਪਣੇ ਨਿਜ ਸਰੂਪ ਨੂੰ ਵਿਚਾਰਦੇ ਹਨ। ਭਗਤ ਵਛਲ ਭੈ ਕਾਟਣ ਹਾਰੇ। ਵਾਹਿਗੁਰੂ ਤੂੰ ਭਗਤ ਵਛਲ ਹੈ ਔਰ ਆਪਣੇ ਸੇਵਕਾਂ ਦੇ ਭੈ ਕੱਟਣ ਵਾਲਾ, ਆਪਣੇ ਸੇਵਕਾਂ ਦੇ ਡਰ ਦੂਰ ਕਰਨ ਵਾਲਾ ਹੈ। ਹਉ ਮੈਂ ਮਾਰ ਮਿਲੇ ਪਗ ਧਾਰੇ। ਜਿਹੜੇ ਆਪਣੇ ਹਿਰਦੇ ਚੋਂ ਹਉਮੈ ਨੂੰ ਮਾਰ ਦਿੰਦੇ ਨੇ, ਉਹੀ ਚੱਲ ਕੇ ਤੇਰੇ ਦੱਸੇ ਰਾਹ ਤੇ ਟੁਰ ਕੇ ਤੈਨੂੰ ਮਿਲਦੇ ਹਨ। ਅਨਕ ਜਤਨ ਕਰ ਕਾਲ ਸੰਤਾਏ। ਕਾਲ ਅਨੇਕਾਂ ਤਰੀਕਿਆਂ ਨਾਲ ਸਤਾਉਂਦਾ ਜੀਵ ਨੂੰ। ਕਈ ਤਰ੍ਹਾਂ ਦੇ ਰੂਪ ਬਣਾ ਬਣਾ ਕੇ ਕਾਲ ਆਉਂਦਾ ਤੇ ਜੀਵ ਨੂੰ ਸਤਾਉਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਕੀ ਕਰੇ ਜੀਵ? ਆਇਆ ਹੀ ਮਰਨਾ ਲਿਖਾ ਕੇ ਸੰਸਾਰ ਦੇ ਵਿੱਚ, ਮਾਤ ਲੋਕ ਦੀ ਧਰਤੀ ਤੇ ਮਰਨਾ ਲਿਖਾ ਕੇ ਪਹਿਲਾਂ ਮਰਨ ਦਾ ਦਿਨ ਸੁਨਿਸ਼ਚਿਤ ਕਰਕੇ ਜੀਵ ਸੰਸਾਰ ਵਿੱਚ ਆਇਆ। ਜਨਮ ਪਦਾਰਥ ਦੁਬਦਾ ਖੋਵੈ। ਬੜੇ ਮਨੁੱਖ ਨੇ ਜਿਹੜੇ ਦੁਬਦਾ ਵਿੱਚ ਲੱਗ ਕੇ ਆਪਣੇ ਜਨਮ ਰੂਪੀ ਕੀਮਤੀ ਪਦਾਰਥ ਨੂੰ ਗਵਾ ਲੈਂਦੇ। ਇਸ ਜਨਮ ਰੂਪੀ ਪਦਾਰਥ ਨੂੰ ਦੁਬਦਾ ਵਿੱਚ ਹੀ ਅਜਾਈ ਗਵਾ ਲੈਂਦੇ ਨੇ ਮਨਮੁਖ ਤੇ ਸਾਖਤ ਲੋਕ। ਆਪਨਾ ਚੀਨਸ ਭ੍ਰਮ ਭ੍ਰਮ ਰੋਵੈ। ਮਨਮੁਖ ਆਪਣੇ ਆਪੇ ਨੂੰ ਨਹੀਂ ਚੀਨਦੇ। ਭ੍ਰਮ ਭ੍ਰਮ ਕੇ, ਭਟਕ ਭਟਕ ਕੇ
ਰੋਂਦਿਆਂ ਕੁਰਲਾਉਂਦਿਆਂ ਉਹਨਾਂ ਦੇ ਜੀਵਨ ਦਾ ਨਿਰਵਾਹ ਹੁੰਦਾ ਹੈ। ਕਹਿ ਤਉ ਪੜ ਤਉ ਸੁਣ ਤਉ ਏਕ। ਰੱਬ ਦੇ ਪਿਆਰੇ ਕਹਿੰਦੇ ਵੀ ਇੱਕ ਨੂੰ ਨੇ, ਸੁਣਦੇ ਵੀ ਇੱਕ ਨੂੰ ਨੇ ਤੇ ਪੜ੍ਹਦੇ ਵੀ ਇੱਕ ਨੂੰ ਨੇ, ਇੱਕ ਦੇ ਨਿਸ਼ਚਾ ਰੱਖਦੇ। ਹਾਂਜੀ। ਧੀਰਜ ਧਰਮ ਧਰਨੀ ਧਰ ਟੇਕ। ਵਾਹਿਗੁਰੂ ਧਰਮ ਤੇ ਧੀਰਜ ਦਾ ਰੂਪ ਹੈ, ਮੂਲ ਹੈ। ਸਾਰੀ ਧਰਤੀ ਨੂੰ ਆਪਣੇ ਧਰਮ ਤੇ ਧੀਰਜ ਦੇ ਨਾਲ ਉਹਨੇ ਟੇਕ ਦੇ ਕੇ ਰੱਖਿਆ। ਕਹਿੰਦੇ ਆ ਧਰਤੀ ਨੇ ਬਲਦ ਨੇ ਧਰਤੀ ਨੂੰ ਚੁੱਕਿਆ, ਪਾਤਸ਼ਾਹ ਕਹਿੰਦੇ ਧਰਮ ਨੇ ਚੁੱਕਿਆ। ਧੌਲ ਧਰਮ ਦਇਆ ਕਾ ਪੂਤ। ਧਰਮ ਰੂਪੀ ਧੌਲੇ ਨੇ, ਧੌਲ ਕਿਉਂ ਕਿਹਾ? ਚਿੱਟਾ ਉਜਵਲ ਧਰਮ। ਧਰਮ ਦਾ ਜਿਹੜਾ ਮੂਲ ਸਵਰੂਪ ਹੈ ਉਜਵਲ, ਜਿਹੜਾ ਹਰ ਇੱਕ ਪ੍ਰਾਣੀ ਮਾਤਰ ਲਈ ਸਾਂਝਾ ਹੋਵੇ। ਸੱਚ ਬੋਲਣਾ ਸਾਰਿਆਂ ਲਈ ਸਾਂਝਾ, ਧੀਰਜ ਰੱਖਣਾ ਸਾਰਿਆਂ ਲਈ ਸਾਂਝਾ, ਸਬਰ ਤੇ ਸੰਤੋਖ ਰੱਖਣਾ ਸਾਰਿਆਂ ਲਈ ਸਾਂਝਾ, ਦਇਆ ਰੱਖਣੀ ਸਾਰਿਆਂ ਲਈ ਸਾਂਝੀ ਹੈ, ਕੋਈ ਵੀ ਮਨੁੱਖ ਰੱਖ ਸਕਦਾ। ਇਹਨੂੰ ਕਹਿੰਦੇ ਧਵਲ ਉਜਵਲ। ਤੋ ਇਹ ਧਰਮ ਦੇ ਨਾਲ ਪਰਮੇਸ਼ਰ ਨੇ ਧਰਤੀ ਨੂੰ ਟੇਕ ਦਿੱਤੀ ਹੋਈ, ਆਸਰਾ ਦਿੱਤਾ ਹੋਇਆ। ਹਾਂਜੀ। ਜਤ ਸਤ ਸੰਜਮ ਹਿਰਦੈ ਸਮਾਏ। ਜਤ ਸਤ ਸੰਜਮ ਮਰਜ਼ਾਦਾ ਇਹ ਸਾਰੇ ਗੁਰਮੁਖਾਂ ਦੇ ਹਿਰਦੇ 'ਚ ਸਮਾ ਜਾਂਦੇ ਹਨ। ਚੌਥੇ ਪਦ ਕਉ ਜੇ ਮਨ ਪਤੀ ਆਏ। ਜਿਹੜੇ ਉਸ ਚੌਥੇ ਪਦ ਵਿੱਚ, ਤੁਰਿਆ ਪਦ ਵਿੱਚ ਜਾ ਪਹੁੰਚਦੇ ਨੇ, ਜਿਨ੍ਹਾਂ ਦਾ ਮਨ ਉੱਥੇ ਜਾ ਕੇ ਪਤੀਜ ਜਾਂਦਾ ਹੈ। ਸਾਚੇ ਨਿਰਮਲ ਮੈਲ ਨਾ ਲਾਗੈ। ਐਸੇ ਸੱਚੇ ਤੇ ਨਿਰਮਲ ਹੋ ਜਾਂਦੇ ਨੇ ਕਿ ਫਿਰ ਉਹਨਾਂ ਨੂੰ ਕਦੇ ਕਿਸੇ ਵਿਕਾਰ ਦੀ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਭਰਮ ਭਉ ਭਾਗੈ। ਸਤਿਗੁਰੂ ਜੀ ਦੇ ਸ਼ਬਦ ਦੁਆਰਾ ਗੁਰਸਿੱਖਾਂ ਦੇ ਹਿਰਦਿਆਂ ਚੋਂ ਭਰਮ ਭਉ ਡਰ ਭੱਜ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। ਸੂਰਤ ਮੂਰਤ ਆਦ ਅਨੂਪ। ਵਾਹਿਗੁਰੂ ਪਰਮੇਸ਼ਰ ਦੀ ਸੂਰਤ ਮੂਰਤ ਅਤੀ ਸੁੰਦਰ ਹੈ, ਅਨੂਪ, ਉਪਮਾ ਤੋਂ ਰਹਿਤ ਹੈ, ਜੋ ਸਾਰੇ ਜਗਤ ਦਾ ਆਦ ਮੁੱਢ ਹੈ। ਨਾਨਕ ਜਾਚੈ ਸਾਚ ਸਰੂਪ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹੈ ਕਿ ਮੈਂ ਉਸ ਅਕਾਲ ਪੁਰਖ ਦੇ ਕੋਲੋਂ ਉਹਦੇ ਸੱਚੇ ਸਰੂਪ ਦੀ ਮੰਗ ਕਰਦਾ, ਉਹਦੇ ਸੱਚ ਸਰੂਪ ਨੂੰ ਮੰਗਦਾ ਹਾਂ। ਹੇ ਵਾਹਿਗੁਰੂ, ਤੇਰਾ ਸੱਚ ਸਰੂਪ ਮੈਨੂੰ ਪ੍ਰਾਪਤ ਹੋ ਜਾਵੇ, ਮੈਂ ਤੇਰੇ ਸੱਚੇ ਸਰੂਪ ਨੂੰ ਪ੍ਰਾਪਤ ਕਰ ਲਵਾਂ।